ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰੂ ਨਾਨਕ ਪਤਿਤ ਉਦਾਹਰਣ ਹੈ। ਬਾਣੀ ਬਿਰਲੋ ਵਿਚਾਰਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਿਆਂ ਕਰਨ ਦੇ ਲਈ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਦੀਨ ਦੁਨੀਆ ਦੇ ਮਾਲਕ ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ ਦੋਹਾਂ ਆਲਮਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਜੋ 13 ਜਨਵਰੀ ਨੂੰ ਈਸਵੀ ਕੈਲੰਡਰ ਅਨੁਸਾਰ ਆ ਰਿਹਾ ਹੈ। ਪੋਹ ਸੁਦੀ 7ਵੀਂ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਤਿੰਨਾਂ ਵੱਲੋਂ ਕੀਤੇ ਗਏ 52 ਬਚਨ ਜੋ 52 ਹੁਕਮਾਂ ਦੇ ਤੌਰ 'ਤੇ ਸਿੱਖ ਜਗਤ ਅੰਦਰ ਪ੍ਰਚਲਿਤ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਸੰਗਤਾਂ ਦੀ ਸਾਂਝ ਪੁਆਈ ਜਾ ਸਕੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਗੁਰੂ ਪਾਤਸ਼ਾਹ ਦੇ ਬਚਨਾਂ ਦੇ ਪ੍ਰਥਾਏ ਹੁਕਮ ਹੈ, ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫਰਮਾਨ ਹੈ ਵੀ ਗੁਰੂ ਦੇ ਬਚਨ ਜੀਵਨ ਦੌਰਾਨ ਜੋ ਕਮਾਉਣੇ ਨੇ, ਜੀਵਨ ਨੂੰ ਬਚਨਾਂ ਦੇ ਅਨੁਸਾਰ ਜੋ ਘੜਨਾ ਹੈ, ਬਚਨਾਂ ਦੇ ਅਨੁਸਾਰ ਜੋ ਬਤੀਤ ਕਰਨਾ ਹੈ, ਐਸਾ ਜੋ ਗੁਰੂ ਕੇ ਬਚਨ ਦੀ ਕਸਵੱਟੀ ਤੇ ਖਰਾ ਜੀਵਨ ਜੀਣ ਵਾਲਾ ਗੁਰਮੁਖ ਪਿਆਰਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਨਿਰਲੇਪ ਰਹਿੰਦਾ ਹੈ। ਬਿਨ ਸਾਧੂ ਸੰਗਤ ਰਤਿਆ
माया मोह सब शार मेरे साजन, हर हर नाम संभाल साधु संगत मन वसै पूरन होवै काल। जिहड़ा गुरु दे बचन कमाउंदा है, जिहड़ा गुरु दे बचनां ते अकीदा रखदा है, ਉਹਨੂੰ 84 ਦੇ ਗੇੜ ਤੋਂ, ਦੁੱਖਾਂ ਤੋਂ, ਤਕਲੀਫਾਂ ਤੋਂ ਨਿਜਾਕਤ ਮਿਲ ਜਾਂਦੀ ਹੈ। ਉਹਦਾ ਜੀਵਨ ਸੌਰ ਜਾਂਦਾ ਹੈ, ਲੋਕ ਪਰਲੋਕ ਸੌਰ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪਣੇ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਨੇ। ਹੁਣ ਦੁਨੀਆ ਦੇ ਅੰਦਰ ਬੜੇ ਅਵਤਾਰੀ ਪੁਰਸ਼, ਰਹਿਬਰ ਮਹਾਂਪੁਰਸ਼ ਹੋਏ ਨੇ, ਮਨੁੱਖਤਾ ਨੂੰ ਉਪਦੇਸ਼ ਦਿੰਦੇ ਰਹੇ ਨੇ, ਮਨੁੱਖਤਾ ਦਾ ਪਾਰ ਉਤਾਰਾ ਕਰਨ ਦੇ ਲਈ। ਔਰ ਜਦੋਂ ਕਦੇ ਸਮਾਂ ਆਵੇ ਪੰਜ ਭੂਤਕ ਸਰੀਰ ਨੂੰ ਤਿਆਗਣਾ ਹੋਵੇ ਤੇ ਆਪਣੇ ਮੁਰਸ਼ਦ ਪਾਸੋਂ ਸਿੱਖ ਸੇਵਕ ਫਿਰ ਕੋਈ ਨਾ ਕੋਈ ਐਸਾ ਬਚਨ, ਕੋਈ ਨਾ ਕੋਈ ਉਪਦੇਸ਼ ਸੁਣਨਾ ਚਾਹੁੰਦੇ ਨੇ ਜੋ ਉਹਨਾਂ ਦੀ ਸਦੀਵੀ ਅਗਵਾਈ ਕਰਦਾ ਰਹੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੰਦੇੜ ਦੀ ਧਰਤੀ ਤੇ ਨੇ ਪੰਜ ਭੂਤਕ ਸਰੀਰ ਤਿਆਗ ਕੇ ਸ਼ਬਦ ਸਰੂਪ ਵਿੱਚ ਅਭੇਦਤਾ ਆਪਣੀ ਜੋਤ ਨੂੰ ਪ੍ਰਵੇਸ਼ ਕਰਾਉਣਾ ਹੈ, ਅਭੇਦਤਾ ਕਰਨੀ ਹੈ। ਗੁਰੂ ਕੇ ਪਿਆਰੇ ਸਿੱਖ ਬਾਬਾ ਰਾਮ ਕੋਇਰ ਜੀ ਵਰਗੇ ਹੋਰ ਮਹਾਂਪੁਰਸ਼ ਬੈਠੇ ਸਨ। ਅੱਖਾਂ ਵਿੱਚ ਵੈਰਾਗ, ਆਪਣੇ ਮੁਰਸ਼ਦ ਨੂੰ ਬੇਨਤੀ ਕੀਤੀ, ਸਿਰ ਦੇ ਸਾਈਂ ਨੂੰ ਬੇਨਤੀ ਕੀਤੀ ਵੀ ਸਾਡੇ ਲਈ ਕੀ ਹੁਕਮ ਹੈ। ਗੁਰੂ ਪਾਤਸ਼ਾਹ ਨੇ ਕੁਝ ਬਚਨ ਕੀਤੇ, ਹੁਕਮ ਕੀਤੇ ਆਪਣੇ ਪਿਆਰਿਆਂ ਸਿੱਖਾਂ ਦੇ ਲਈ। ਔਰ ਪਾਸ ਬੈਠੇ ਹੋਏ ਸਿੱਖ ਸੇਵਕਾਂ ਨੇ ਉਹ ਕਲਮਬੱਧ ਕਰ ਲਏ। ਇਹ ਪ੍ਰਚਲਿਤ ਰਿਹਾ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੀਵਨ ਕਾਲ ਜਿੱਥੇ ਰੱਬੀ ਗੀਤ ਗਾਏ, ਬਾਣੀ ਉਚਾਰੀ, ਪੰਜ ਭੂਤਕ ਸਰੀਰ ਤਿਆਗਣ ਦੇ ਸਮੇਂ ਜੋ ਬਚਨ ਕੀਤੇ ਗੁਰਮੁਖਾਂ ਪਿਆਰਿਆਂ ਨੇ ਲਿਖ ਲਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਜੋ ਆਪਣੇ ਪੰਜ ਭੂਤਕ ਸਰੀਰ ਤਿਆਗਣ ਦੇ ਸਮੇਂ ਅੰਤਲੇ ਜੋ ਬਚਨ ਕੀਤੇ ਸਨ, ਅੱਜ ਵੀ ਸਾਡੀ ਅਗਵਾਈ ਕਰਨ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੱਧ ਦੇ ਵਿੱਚੋਂ ਸੁਭਾਏਮਾਨ ਨੇ। ਜਦੋਂ ਇਹ ਬਚਨ ਕੀਤੇ ਸਨ, ਬਾਬਾ ਸੁੰਦਰ ਜੀ ਹੁਣਾਂ ਨੇ, ਉਹਨਾਂ ਮਹਾਂਪੁਰਸ਼ਾਂ ਨੇ ਉਸੇ ਵੇਲੇ ਹੀ ਕਲਮਬੱਧ ਕਰ ਲਏ ਸਨ। ਫਿਰ ਗੁਰੂ ਅਰਜਨ ਸਾਹਿਬ ਨੇ ਉਹ ਬਚਨ ਭਾਈ ਗੁਰਦਾਸ ਜੀ ਕੋਲੋਂ ਸ਼੍ਰੀ ਆਦਿ ਗ੍ਰੰਥ ਸਾਹਿਬ ਵਿੱਚ ਲਿਖਵਾ ਦਿੱਤੇ। ਤੁਸੀਂ ਰੋਜ਼ ਹੀ ਪੜ੍ਹਦੇ ਹੋ, ਅੰਤੇ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜੀਓ। ਅੰਤੈ ਸਤਿਗੁਰ ਬੋਲਿਆ, ਅੰਤ ਦੇ ਸਮੇਂ ਦੇ ਬਚਨ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਅੰਤਲੇ ਸਮੇਂ ਜੋ ਬਚਨ ਕੀਤੇ, ਅੰਤਲੇ ਸਮੇਂ ਜੋ ਸ਼ਬਦ ਪੜ੍ਹਿਆ, ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚੋਂ ਮਿਲ ਜਾਂਦਾ ਹੈ। ਇਉਂ ਸਮੇਂ ਸਮੇਂ ਤੇ ਗੁਰੂ ਪਾਤਸ਼ਾਹੀਆਂ ਜੋ ਬਚਨ ਕਰਦੀਆਂ ਰਹੀਆਂ ਨੇ, ਉਹ ਸਾਡੀ ਅਗਵਾਈ ਕਰਦੇ ਰਹਿਣ। ਬਚਨ ਗੁਰਮੁਖ ਪਿਆਰੇ ਸਮਕਾਲੀ ਸਿੱਖਾਂ ਨੇ ਉਹ ਲਿਖੇ ਨੇ। ਨੰਦੇੜ ਦੀ ਧਰਤੀ ਹੈ, ਪੰਜ ਭੂਤਕ ਸਰੀਰ ਪਾਤਸ਼ਾਹ ਨੇ ਤਿਆਗ ਜਾਣਾ ਹੈ। ਉਪਦੇਸ਼ ਕੀਤਾ ਹੈ ਸਿੱਖਾਂ ਸੇਵਕਾਂ ਦੇ ਲਈ, ਔਰ ਉਹ 52 ਹੁਕਮ ਸਮਕਾਲੀ ਸਿੱਖਾਂ ਨੇ ਲਿਖ ਲਏ ਨੇ। ਸਿੱਖ ਜਗਤ ਅੰਦਰ ਬੜਾ ਅਦਬ ਅਤੇ ਸਤਿਕਾਰ ਰੱਖਣ ਵਾਲੇ ਵਿਦਿਆ ਮਾਰਦੰਡ ਪ੍ਰਿੰਸੀਪਲ ਸਤਬੀਰ ਸਿੰਘ ਜੀ, ਉਹਨਾਂ ਸਿੱਖ ਜਗਤ ਦੇ ਵਿਦਵਾਨ ਪੁਰਸ਼ਾਂ ਨੇ ਪੁਰਾਤਨ ਹਸਤ ਲਿਖਤ ਉੱਤੋਂ ਇਹ 52 ਬਚਨ
ਨੋਟ ਕਰਕੇ ਉਲੱਥਾ ਕਰਕੇ ਆਪਣੀ ਇੱਕ ਪੁਸਤਕ ਵਿੱਚ ਛਾਪੇ ਸਨ, ਜਿਸ ਪੁਸਤਕ ਦਾ ਨਾਮ ਆਪ ਸਰਬੱਤ ਸੰਗਤਾਂ ਜਾਣਦੇ ਹੀ ਹੋ, ਆਦਿ ਸਿੱਖ ਆਦਿ ਸਾਖੀਆਂ ਹੈ। ਔਰ ਇਹ ਜਿਹੜੀ ਪੁਰਾਤਨ ਹਸਤ ਲਿਖਤ ਸੀ, ਇਹ ਜਿਹੜੇ ਗੁਰੂ ਪਾਤਸ਼ਾਹ ਦੇ ਬੋਲ ਸਨ, ਇਹ ਬਾਬਾ ਬੁੱਢਾ ਜੀ ਮਹਾਂਪੁਰਸ਼ਾਂ ਦੇ ਪੜਪੋਤਰੇ ਬਾਬਾ ਰਾਮ ਕੌਰ ਜੀ ਨੇ ਲਿਖੇ ਸਨ। ਔਰ ਬਾਬਾ ਰਾਮ ਕੌਰ ਜੀ ਦੀ ਲਿਖਤ ਤੋਂ ਪ੍ਰਿੰਸੀਪਲ ਸਤਬੀਰ ਸਿੰਘ ਹੁਣਾਂ ਨੇ ਆਦਿ ਸਿੱਖ ਆਦਿ ਸਾਖੀਆਂ ਦੇ ਵਿੱਚ ਇਹ ਬੋਲ ਉਲੱਥਾ ਕਰਕੇ ਲਿਖੇ। ਇਹਨਾਂ ਬਚਨਾਂ ਦਾ ਉਲੱਥਾ ਕੀਤਾ ਔਰ ਦੁਨੀਆ ਅੰਦਰ ਸਿੱਖ ਜਗਤ ਅੰਦਰ ਇਹ 52 ਹੁਕਮ, ਇਹ 52 ਗੁਰੂ ਕੇ ਬਚਨ ਜਗਤ ਪ੍ਰਸਿੱਧ ਨੇ। ਔਰ ਇੱਕ ਗੱਲ ਦਾ ਖਿਆਲ ਰੱਖਿਓ, ਗੁਰੂ ਘਰ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਇਤਿਹਾਸਕ ਗ੍ਰੰਥ ਨੇ, ਜਿਤਨੇ ਵੀ ਗੁਰੂ ਪਾਤਸ਼ਾਹੀਆਂ ਦੇ ਬਚਨ ਨੇ, ਸਿੱਖ ਸੇਵਕਾਂ ਦੇ ਬਚਨ ਨੇ, ਸਾਰਿਆਂ ਦਾ ਵਜੂਦ, ਸਾਰਿਆਂ ਦੀ ਜੜ ਗੁਰੂ ਗ੍ਰੰਥ ਸਾਹਿਬ ਹੀ ਹੈ। ਇਹ ਸਭ ਇੱਕ ਓਅੰਕਾਰ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੀ ਵਿਸਥਾਰ ਹੈ। ਔਰ 52 ਹੁਕਮਾਂ ਦੀ ਵਿਆਖਿਆ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਕਰਨੀ ਹੈ। ਔਰ ਯਤਨ ਕਰਾਂਗੇ ਇਹ 52 ਹੁਕਮਾਂ ਦੇ ਪਰਥਾਏ ਆਪ ਸੰਗਤ ਦੇ ਨਾਲ ਸਾਂਝ ਪਾਉਣ ਦੇ ਸਮੇਂ ਇਹਨਾਂ ਹੁਕਮਾਂ ਦੇ ਨਾਲ ਰਲਗੱਡ ਬਚਨ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸੁਸ਼ੋਭਿਤ ਨੇ, ਉਹਨਾਂ ਦੇ ਰਾਹੀਂ ਇਹਨਾਂ ਹੁਕਮਾਂ ਦੀ ਵਿਆਖਿਆ ਕੀਤੀ ਜਾ ਸਕੇ। ਆਓ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਇਹ ਵਿਆਖਿਆ ਆਰੰਭ ਕਰਨ ਦਾ ਯਤਨ ਕਰੀਏ। 52 ਹੁਕਮਾਂ ਵਿੱਚੋਂ ਜੋ ਪਹਿਲਾ ਹੁਕਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੇ ਸਿੱਖ ਸੇਵਕਾਂ ਦੇ ਲਈ, ਖਾਲਸਾ ਪੰਥ ਲਈ, ਸਿੱਖ ਜਗਤ ਲਈ ਬਖਸ਼ਿਆ, ਮਹਾਰਾਜ ਆਖਣ ਲੱਗੇ, ਕਿਰਤ ਧਰਮ ਕੀ ਕਰਨੀ, ਕਿਰਤ ਧਰਮ ਕੀ ਕਰਨੀ। ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੱਲ ਧਿਆਨ ਦਿਓ ਵੀ ਇਹ ਤੁਹਾਨੂੰ ਮਿਲੇਗਾ। ਵੇਖੋ, ਜੀਵਨ ਦਾ ਗੁਜ਼ਾਰਾ ਚਲਾਉਣ ਦੇ ਲਈ ਸਾਨੂੰ ਕਿਰਤ ਕਰਨੀ ਪੈਂਦੀ ਹੈ। ਕੋਈ ਮੂੰਹ ਵਿੱਚ ਬੁਰਕੀ ਨਹੀਂ ਪਾਉਣ ਲੱਗਾ, ਮੁਸ਼ੱਕਤ ਆਪ ਘਾਲਣੀ ਪੈਂਦੀ ਹੈ, ਮੁਸ਼ੱਕਤ ਘਾਲ ਕੇ ਕਮਾਈ ਕਰਨੀ ਪੈਂਦੀ ਹੈ। ਕਿਰਤ ਕੋਈ ਵੀ ਹੋਵੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੁਕਮ ਹੈ ਵੀ ਹੱਕ ਦਾ ਹੀ ਖਾਣਾ ਹੈ। ਇਹੀ ਬੋਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨੇ, ਕਹਿੰਦੇ ਧਰਮ ਦੀ ਕਿਰਤ ਕਰਨੀ ਹੈ। ਔਰ ਕਿਰਤ ਕਰਨ ਦੇ ਸਮੇਂ ਦੇਖੋ, ਕਰਮ ਹੱਥਾਂ ਨਾਲ ਕੀਤਾ ਜਾਂਦਾ, ਕਿਰਤ ਹੱਥਾਂ ਨਾਲ ਹੁੰਦੀ ਹੈ। ਤੇ ਚਿੱਤ ਪ੍ਰਭੂ ਵਿੱਚ ਟਿਕਾਉਣਾ ਇੱਕ ਕਹਾਵਤ ਪ੍ਰਚਲਿਤ ਹੈ। ਧਰਮ ਦੀ ਕਿਰਤ ਕੀ ਹੈ? ਹੱਕ ਸੱਚ ਦੀ ਕਮਾਈ। ਔਰ ਕਮਾਈ ਕਰਨ ਦੇ ਸਮੇਂ ਪ੍ਰਮਾਤਮਾ ਦੀ ਯਾਦ ਵਿੱਚ ਸ਼ਰਸਾਰ ਰਹਿਣਾ। ਕਹਾਵਤ ਪ੍ਰਚਲਿਤ ਹੈ, ਹੱਥ ਕਾਰ ਵੱਲ ਚਿੱਤ ਯਾਰ ਵੱਲ, ਨਾਮਾ ਕਹੈ ਤੇ ਲੋਚਨਾ ਮੁਖ ਤੇ ਰਾਮ, ਸੰਭਾਲ ਹਾਥ ਪਾਉ ਕਰ ਕਾਮ, ਸਭ ਚੀਤ ਨਿਰੰਜਨ, ਨਾਲ ਇਹ ਹੈ ਧਰਮ ਦੀ ਕਿਰਤ। ਔਰ ਆਪਣੇ ਹੱਕ ਦਾ ਖਾਣਾ ਹੈ। ਮੰਨ ਲਓ ਕਿਰਤ ਕਰਨੀ ਛੱਡ ਦਈਏ, ਖਾਣਾ ਤੇ ਕਿਤੇ ਨਾ ਕਿਤੇ ਪਵੇਗਾ। ਤੇ ਜਦੋਂ ਆਪ ਕਿਰਤ ਨਾ ਕੀਤੀ, ਮਤਲਬ ਸਾਫ਼ ਹੈ ਵੀ ਕਿਸੇ ਦਾ ਹੀ ਹੱਕ ਖਾਵਾਂਗੇ। ਫਿਰ ਹੁਣ ਜਦੋਂ ਕਿਸੇ ਦਾ ਹੱਕ ਖਾਵਾਂਗੇ, ਮੁਰਦਾਰ ਖਾਵਾਂਗੇ, ਤੇ ਮੁਰਦਾਰ ਖਾਣਾ ਬਾਣੀ ਨੇ ਪਾਪ ਲਿਖਿਆ ਹੈ। ਮੁਰਦਾਰ ਖਾਣ ਵਾਲੇ ਨੂੰ ਗੁਨਾਹਗਾਰ ਆਖਿਆ ਹੈ। ਹਾਂ, ਤਰੀਕੇ ਵੱਖੋ ਵੱਖਰੇ ਨੇ ਕਿਸੇ ਦਾ ਹੱਕ ਖਾਣ ਦੇ। ਕੋਈ ਚਾਪਲੂਸੀ ਕਰਕੇ ਹੱਕ ਖਾ ਜਾਂਦਾ, ਕੋਈ ਧੱਕੇ ਨਾਲ ਖੋਹ ਕੇ ਖਾ ਜਾਂਦਾ, ਕੋਈ ਧੋਖਾ ਦੇ ਕੇ, ਠੱਗੀ ਮਾਰ ਕੇ ਕਿਸੇ ਦਾ ਹੱਕ ਖਾ ਜਾਂਦਾ ਹੈ। ਕਿਸੇ ਤਰੀਕੇ ਵੀ ਖਾਧਾ ਜਾਵੇ, ਹੈ ਤੇ ਮੁਰਦਾਰ ਹੀ ਹੈ ਤੇ ਕਿਸੇ ਦਾ ਹੱਕ ਹੀ ਹੈ। ਤੇ ਮੁਰਦਾਰ ਖਾਣਾ ਗੁਰੂ ਗ੍ਰੰਥ ਸਾਹਿਬ ਨੇ ਗੁਨਾਹ ਲਿਖਿਆ ਹੈ। ਅੱਜ ਤਾਂ ਸ਼ਰੇਆਮ ਮੁਰਦਾਰ ਲੋਕ ਖਾਂਦੇ ਨੇ, ਸ਼ਰੇਆਮ ਧੱਕਾ ਧੋੜੀ ਕਰਦੇ ਨੇ। ਇੱਥੋਂ ਤੱਕ ਕਈ ਤੇ ਧਰਮ ਦਾ ਲਿਬਾਸ ਪਾ ਕੇ ਵੀ ਲੁੱਟਾਂ ਖੋਹਾਂ ਕਰ ਲੈਂਦੇ ਨੇ, ਠੱਗੀ ਠੋਰੀ ਚਲਾ ਲੈਂਦੇ ਨੇ। ਆਪ ਦੁਖੀ ਹੈ। ਜਦੋਂ ਕਿਸੇ ਦਾ ਹੱਕ ਖਾਵਾਂਗੇ ਕਿਤੇ ਪਚਦਾ ਹੈ, ਆਪ ਦੁਖੀ ਨੇ। ਜਿਸ ਦਾ ਖੋਹਦੇ ਨੇ ਉਸ ਨੂੰ ਵੀ ਦੁੱਖ ਦਿੰਦੇ ਨੇ। ਇਹ ਸਾਡੇ ਐਸੇ ਹਾਲਾਤ ਕਿਉਂ ਨੇ?
ਚਿੰਤਾਵਾਂ, ਈਰਖਾ, ਵਿਕਾਰਾਂ ਵਿੱਚ ਫਿਰ ਵੀ ਗਲਤਾਨ ਨਾ ਕਰ। ਕੋਠੀਆਂ ਮਾਇਆ ਨਾਲ ਭਰੀਆਂ ਨੇ, ਸ਼ਾਂਤੀ ਫਿਰ ਵੀ ਨਹੀਂ, ਸਹਿਜ ਫਿਰ ਵੀ ਨਹੀਂ। ਚਿੰਤਾਵਾਂ ਨਾਲ ਗ੍ਰਸਤ ਹਾਂ, ਕਾਰਨ ਇਹ ਹੈ ਵੀ ਗੁਰੂ ਪਾਤਸ਼ਾਹ ਦੇ ਬਚਨ ਵਿਸਾਰ ਦਿੱਤੇ। ਬੁਰਾਈਆਂ ਨੇ ਸਾਨੂੰ ਆਣ ਘੇਰਿਆ ਹੈ। ਕਿਰਤ ਧਰਮ ਦੀ ਕਰਨੀ ਹੈ। ਗੁਰੂ ਨਾਨਕ ਸਾਹਿਬ ਨੇ ਪਹਿਲੇ ਅਕਾਲ ਪੁਰਖ ਦੇ ਜਾਮੇ ਵਜੋਂ ਕਹਿ ਦਿੱਤਾ ਸੀ, ਘਾਲ ਖਾਏ ਕਿਛ ਹੱਥੋਂ ਦੇ। ਘਾਲਣਾ ਘਾਲ ਕੇ ਕਮਾਈ ਕਰ ਤੇ ਫਿਰ ਦਾਨ ਵੀ ਕਰਿਆ ਕਰ ਉਹਦੇ ਵਿੱਚੋਂ। ਅਗਲਾ ਲਫ਼ਜ਼ ਆਵੇਗਾ ਦਸਵੰਧ ਦੇ ਬਾਬਤ। ਮਹਾਰਾਜ ਕਹਿੰਦੇ ਕਮਾਈ ਕਰ ਔਰ ਉਸ ਵਿੱਚੋਂ ਦਾਨ ਵੀ ਕਰਿਆ ਕਰ, ਕਿਉਂਕਿ ਲੋੜਵੰਦ ਕਈ ਮਿਲ ਪੈਂਦੇ ਨੇ, ਉਹਨਾਂ ਨੂੰ ਦਾਨ ਵੀ ਕਰਿਆ ਕਰ। ਕੀ ਹੋਵੇਗਾ ਫਿਰ? ਘਾਲ ਖਾਏ ਕਿਛ ਹੱਥੋਂ ਦੇਹ, ਨਾਨਕ ਰਾਹੋ ਪਛਾਣੈ ਸੇ। ਫਿਰ ਤੈਨੂੰ ਜੀਵਨ ਜਾਚ ਆ ਜਾਵੇਗੀ, ਪਰਮਾਤਮਾ ਦੀ ਪ੍ਰਾਪਤੀ ਦੇ ਰਾਹ ਦੀ ਪਹਿਚਾਣ ਹੋ ਜਾਵੇਗੀ, ਹਰੀ ਦੇ ਮਾਰਗ ਦਾ ਪਤਾ ਚੱਲ ਜਾਵੇਗਾ ਅਗਰ ਤੂੰ ਹੱਥੀਂ ਕਿਰਤ ਕਰੇਗਾ, ਦਾਨ ਪੁੰਨ ਕਰੇਗਾ। ਭਾਈ ਗੁਰਦਾਸ ਜੀ ਨੇ ਵੀ ਕਹਿ ਦਿੱਤਾ, ਕਿਰਤ ਵਿਰਤ ਕਰ ਧਰਮ ਕੀ। ਕਿਰਤ ਵਿਰਤ ਕਰ ਧਰਮ ਕੀ, ਖੱਟ ਖਵਾਲਣ ਕਾਰ ਕਰੇ ਹੀ। ਭਾਈ ਗੁਰਦਾਸ ਕਹਿੰਦੇ ਨੇ, ਗੁਰਮੁਖ ਜਨਮ ਸਕਾਰਥਾ, ਗੁਰਬਾਣੀ ਪੜ ਸਮਝ ਸਨੇਹੀ। ਗੁਰਮੁਖ ਨੇ ਜਨਮ ਸਫਲਾ ਕੀਤਾ ਬਾਣੀ ਪੜ੍ਹ ਕੇ, ਕਿਰਤ ਕਰਕੇ। ਆਪ ਧਰੇ ਗੁਰਸਿੱਖ ਤਰੇਹੀ, ਆਪ ਤਰ ਗਏ ਅਤੇ ਹੋਰਾਂ ਨੇ ਵੀ ਉਹਨਾਂ ਦੀ ਸੰਗਤ ਕਰਕੇ ਤਰਨਾ ਕੀਤਾ। ਇੱਕ ਗੱਲ ਦਾ ਖਿਆਲ ਰੱਖਿਓ, ਕਈ ਵਾਰ ਅਸੀਂ ਕਿਸੇ ਦਾ ਹੱਕ ਮਾਰਦੇ ਹਾਂ ਤੇ ਫਿਰ ਵਿੱਚੋਂ ਕੁਝ ਦਾਨ ਕਰ ਦਿੰਦੇ ਹਾਂ ਵੀ ਸਾਡਾ ਪਾਪ ਕੱਟਿਆ ਜਾਵੇ। ਕਹਿੰਦੇ ਨਹੀਂ, ਸਿੱਧੇ ਜੇ ਅਲਫਾਜ਼ ਨੇ ਵੀ, ਹਰਾਮ ਦਾ ਭੋਜਨ ਮਸਾਲੇ ਪਾਇਆ ਪਵਿੱਤਰ ਨਹੀਂ ਹੁੰਦਾ। ਹਰਾਮ ਦਾ ਭੋਜਨ ਮਸਾਲੇ ਪਾਇਆ ਪਾਕ ਨਹੀਂ ਹੋ ਸਕਦਾ। ਸਮਝੋ ਵੀ ਠੱਗੀ ਮਾਰ ਲਈ ਤੇ ਫਿਰ ਪਾਠ ਪੂਜਾ ਕਰ ਲਈ, ਗੱਲ ਬਣ ਜਾਵੇਗੀ। ਕਹਿੰਦੇ ਨਹੀਂ, ਹੱਕ ਦੀ ਕਮਾਈ ਨਹੀਂ ਹੈ। ਪਾਠ ਪੂਜਾ ਦਾ ਮਸਾਲਾ ਪਾਇਆ, ਇਹ ਹੱਕ ਦੀ ਨਹੀਂ ਬਣ ਚੱਲੀ। ਮਾਰਨ ਪਾਹੇ ਹਰਾਮ ਮਹਿ, ਹੋਏ ਹਲਾਲ ਨਾ ਜਾਏ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮਸਾਲੇ ਪਾਇਆ ਹਰਾਮ ਦਾ ਕਦੇ ਹਲਾਲ ਦਾ ਨਹੀਂ ਜੇ ਬਣਦਾ। ਜਿਸ ਦਾ ਹੱਕ ਮਾਰਿਆ ਉਹਦੀ ਬਦਦੁਆ ਵੀ ਲੱਗੇਗੀ। ਇਹ ਨਾ ਸਮਝ ਵੀ ਪਾਠ ਪੂਜਾ ਨਾਲੇ ਗੁਨਾਹ ਕੱਟਿਆ ਜਾਵੇਗਾ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਨੇ ਤੇ ਸਿੱਧਾ ਕਹਿ ਦਿੱਤਾ ਵੀ ਮੁਰਦਾਰ ਖਾਵੇਂਗਾ, ਲੋਕ ਤੇ ਤੇਰਾ ਉਜੜੇਗਾ ਹੀ, ਪਰਲੋਕ ਵਿੱਚ ਵੀ ਧੱਕੇ ਨੇ ਤੇਰੀ ਮੈਂ ਹਾਮੀ ਨਹੀਂ ਭਰਾਂਗਾ। ਇਹ ਹੁਣ ਧਿਆਨ ਅਸੀਂ ਦੇਣਾ ਜਿਹੜੇ ਹੱਕ ਖਾਨੇ ਲੋਕਾਂ ਦਾ। ਸਾਫ਼ ਬੋਲ ਨੇ, ਕਹਿੰਦੇ ਹਿੰਦੂਆਂ ਦੇ ਗੁਰੂ ਦੇਵਤੇ, ਸਿੱਖਾਂ ਦੇ ਗੁਰੂ ਪਾਤਸ਼ਾਹ, ਇਸਲਾਮ ਜਗਤ ਦੇ ਮੁਰਸ਼ਦ ਪੀਰ ਆਪਣੇ ਸੇਵਕਾਂ ਦੀ ਹਾਮੀ ਤਾਂ ਹੀ ਭਰਨਗੇ ਅਗਰ ਉਹ ਮੁਰਦਾਰ ਨਹੀਂ ਖਾਂਦੇ। ਤੇ ਕਿਸੇ ਵੀ ਧਰਮ ਚੋਂ ਹੈ, ਜੇ ਮੁਰਦਾਰ ਖਾਨਾ ਹੈ, ਗੈਰਾਂ ਦਾ ਹੱਕ ਖਾਨਾ ਹੈ, ਤੇ ਕੋਈ ਗੁਰੂ ਪੀਰ ਲੋਕ ਪਰਲੋਕ ਵਿੱਚ ਤੇਰੀ ਬਾਂਹ ਨਹੀਂ ਫੜੇਗਾ। ਇਹ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਹੈ। ਗੁਰ ਪੀਰ ਹਾਮਾ ਤਾਂ ਭਰੈ, ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਹਾਮੀ ਫਿਰ ਭਰਨਗੇ ਜੇ ਕਿਸੇ ਦਾ ਹੱਕ ਨਹੀਂ ਖਾਵੇਂਗਾ ਤੇ ਫਿਰ ਲੋਕ ਪਰਲੋਕ ਵਿੱਚ ਤੇਰੀ ਰੱਖਿਆ ਕਰਨਗੇ। ਦਾ ਸਪਿਰਚੁਅਲ ਗੁਰੂ ਸਟੈਂਡਸ ਬਾਏ ਵਿਦ ਅਸ। ਉਦੋਂ ਹੀ ਗੁਰੂ ਤੇਰੇ ਨਾਲ ਖਲੋਵੇਗਾ ਜਦੋਂ ਅਸੀਂ ਕਿਸੇ ਦਾ ਹੱਕ ਨਹੀਂ ਖਾਵਾਂਗੇ। ਤੇ ਜੇ ਕਿਸੇ ਦਾ ਹੱਕ ਖਾਵਾਂਗੇ, ਰੱਬ ਦਾ ਵਾਸਤਾ ਹੀ ਭੁਲੇਖਾ ਕੱਢ ਦੇ ਵੀ ਗੁਰੂ ਹਰਿਕ੍ਰਿਸ਼ਨ ਤੇਰੀ ਬਾਂਹ ਫੜ ਲਵੇਗਾ, ਡੁੱਬਦੇ ਨੂੰ ਡੁੱਬਣ ਦੇਵੇਗਾ ਉਹ। ਅਗਲਾ ਬੋਲ ਹੈ ਪਾਤਸ਼ਾਹ ਦਾ, ਦਸਵੰਧ ਦੇਣਾ। ਦੇ ਦਸਵੰਧ ਗੁਰੂ ਕੇ ਰੂੜਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਜਿਹੜਾ ਮੁਸ਼ੱਕਤਾਂ ਘਾਲ ਕੇ ਕਮਾਇਆ ਹੈ ਉਹਦੇ ਚੋਂ 10ਵਾਂ ਹਿੱਸਾ ਗੁਰੂ ਕੀ ਗੋਲਕ ਲਈ ਕੱਢਣਾ ਹੈ। ਤੁਸੀਂ ਦੇਖੋ, ਗੁਰੂ ਮਹਾਰਾਜ ਨੇ ਮੁਸ਼ੱਕਤ ਘਾਲਣ ਤੋਂ, ਸੁੱਖ ਸਹੂਲਤਾਂ ਧਨ ਦੌਲਤ ਇਕੱਠੀ ਕਰਨ ਤੋਂ ਨਹੀਂ ਰੋਕਿਆ। ਸਾਫ਼ ਕਿਹਾ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ। ਉਦਮ ਕਰ, ਮੁਸ਼ੱਕਤਾਂ ਘਾਲ, ਕਮਾਈ ਕਰ, ਮਾਇਆ ਇਕੱਠੀ ਕਰ ਲੈ, ਜੀਵਨ ਦਾ ਗੁਜ਼ਾਰਾ ਚੰਗਾ ਚੱਲੇ ਤੇਰਾ।
पर एक खूह है, पानी खलोता ही रवे तो मुश्क मार जाता है, उहदे चों वरतीदा रवे तो प्रफुल्लित रहिंदा है। हुण माया इकट्ठी करनी सी, वस्तुआं इकट्ठियां करनियां सी, जीवन का गुजारा चलता रवे। पर कई बार की हुंदा, वस्तुआं च ही खचित हो जाने आ, देण वाला गुरु नानक भुल जांदा, मुश्किल उदों खड़ी हुंदी है। जाना मंजिल ते सी, साधन दे नाल ही मोह पा लईए ते गल नहीं चलेगी। ट्रेन लैनी अमृतसर दी, मंजिल अमृतसर है, ट्रेन विचों ही ना उठो, ये गल नहीं चलेगी। असीं माया नाल मोह पा लिया है, मंजिल विसार दित्ती, मुश्किल इत्थे है। माया ते उसने बनाई साडी वरतों लई सी। दीन दुनिया दे मालक गुरु गोबिंद सिंह कहिंदे भी वेखो, नेक कमाई विचों 10वां हिस्सा गुरु की गोलक विच पाउणा है। ਉਹ गुरु की गोलक ਜਿਹੜੀ ਲੋੜਵੰਦਾਂ ਦੇ ਕੰਮ ਆਉਂਦੀ ਹੈ। ਵੇਖੋ ਕੋਈ ਗਰੀਬ ਹੈ, ਤਨ ਤੇ ਕੱਪੜਾ ਨਹੀਂ, ਗਰੀਬ ਦੇ ਤਨ ਨੂੰ ਕੱਪੜਾ ਲੈ ਦੇਣਾ, ਤਨ ਢੱਕ ਦੇਣਾ। ਇੱਕ ਅਪਾਹਜ ਹੈ, ਉਹ ਕਮਾਈ ਨਹੀਂ ਕਰ ਸਕਦਾ, ਉਸ ਦੀਆਂ ਆਂਦਰਾਂ ਤਪੀਆਂ ਨੇ, ਭੁੱਖ ਦੇ ਸਹਿਤ ਹੈ, ਉਹਦੇ ਮੂੰਹ ਨੂੰ ਕੋਈ ਬੁਰਕੀ ਲਾ ਦੇਣੀ, ਇਹ ਆਪਣੇ 10ਵੇਂ ਹਿੱਸੇ ਚੋਂ ਕਰਨਾ ਹੈ। ਕੋਈ ਹਾਲਾਤਾਂ ਦਾ ਮਾਰਿਆ, ਰੱਬੀ ਆਫਤ ਆ ਗਈ, ਹੜ੍ਹ ਆ ਗਏ, ਕਿਤੇ ਕਾਲ ਪੈ ਗਿਆ, ਕਿਸੇ ਦੀ ਫਸਲ ਨੂੰ ਅੱਗ ਲੱਗ ਗਈ, ਐਸੇ ਲੋੜਵੰਦਾਂ ਦੀ ਮਦਦ ਕਰਨੀ। ਆਪਾਂ ਕਈ ਵਾਰ ਕਹਿ ਦਿੰਦੇ ਨਾ, ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਗੁਰੂ ਦੇ ਦਰ ਲਈ ਦਸਵੰਧ ਕੱਢਣਾ। ਔਰ ਵੇਖੋ, ਗੁਰਦੁਆਰਾ ਬੰਗਲਾ ਸਾਹਿਬ ਬੈਠੇ ਹੋ, ਹਰਿਮੰਦਰ ਸਾਹਿਬ ਜਾਂਦੇ ਹੋ, ਹਜ਼ਾਰਾਂ ਗੁਰੂ ਘਰ ਨੇ, ਗੁਰੂ ਕੀ ਗੋਲਕ ਵਿੱਚ ਜਿਹੜਾ ਤੁਸੀਂ 10ਵਾਂ ਹਿੱਸਾ ਆਪਣਾ ਪਾਉਂਦੇ ਹੋ, ਉਹਦੇ ਨਾਲ ਲੱਖਾਂ ਲੋੜਵੰਦ ਲੋਕ ਲੰਗਰ ਛਕਦੇ ਨੇ, ਭੋਜਨ ਛਕਦੇ ਨੇ। ਔਰ ਸਿੱਖ ਜਗਤ ਦੀ ਇਹ ਵਡਿਆਈ ਹੈ ਵੀ ਕਿਤੇ ਵੀ ਕੋਈ ਰੱਬੀ ਆਫਤ ਆਵੇ, ਕਿਤੇ ਹੜ੍ਹ ਆਉਣ, ਕਿਤੇ ਭੂਕੰਪ ਆਵੇ, ਹਾਲਾਤ ਬਦਤਰ ਹੋ ਜਾਣ, ਕਿਤੇ ਬੱਦਲ ਫਟ ਜਾਵੇ, ਕਿਤੇ ਲੜਾਈ ਲੱਗੀ ਹੋਵੇ, ਤੇ ਗੁਰੂ ਕੇ ਸਿੱਖ ਆਪਣੇ ਦਸਵੰਧ ਚੋਂ ਭੋਜਨ ਬਸਤਰ ਪਦਾਰਥ ਲੈ ਕੇ ਉਸ ਜਗ੍ਹਾ ਪਹੁੰਚ ਕੇ ਸੇਵਾ ਕਰ ਆਉਂਦੇ ਨੇ। ਗੁਰੂ ਨਾਨਕ ਨਿਰੰਕਾਰੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੈਂਦੇ ਨੇ। ਹੁਣ ਤੇਰੇ ਦਸਵੰਧ ਕੱਢਣ ਨਾਲ ਇੱਕ ਖੁਸ਼ਹਾਲ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਜਿਹੜੇ ਲੋੜਵੰਦ ਨੇ, ਕਮਾ ਨਹੀਂ ਸਕਦੇ, ਉਹਨਾਂ ਦੀਆਂ ਲੋੜਾਂ ਦੀ ਪੂਰਤੀ ਵੀ ਹੋ ਸਕਦੀ ਹੈ। ਦਸਵੰਧ ਕੱਢਣਾ ਇਸ ਲਈ ਜ਼ਰੂਰੀ ਹੈ। ਹੁਣ ਕਰਦੇ ਕੀ ਹੈ, ਜੇ 10 ਵਸਤੂਆਂ ਦਿੱਤੀਆਂ ਤੇ ਲੱਖਾਂ ਨੇ, ਮੰਨ ਲਓ 10 ਵਸਤੂਆਂ ਸਾਨੂੰ ਉਸਨੇ ਦਿੱਤੀਆਂ ਨੇ, ਵਿੱਚੋਂ ਇੱਕ ਵਸਤੂ ਲੋੜਵੰਦ ਲਈ ਅਸੀਂ ਕੱਢਣੀ ਹੈ, ਕੋਈ ਘਾਟਾ ਨਹੀਂ ਪੈਣ ਲੱਗਾ, 9 ਵੀ ਉਸਨੇ ਹੀ ਦਿੱਤੀਆਂ ਨੇ। ਹੁਣ ਮੁਸ਼ਕਲ ਇਹ ਹੈ ਵੀ ਜਿਸ ਕਰਤਾਰ ਨੇ 10 ਵਸਤੂਆਂ ਸਾਨੂੰ ਦਿੱਤੀਆਂ ਸੀ, ਉਹਦੇ ਨਿਮਿਤ ਅਸੀਂ ਇੱਕ ਵੀ ਕੱਢਣ ਲਈ ਤਿਆਰ ਨਹੀਂ। ਲੋੜਵੰਦਾਂ ਲਈ ਇੱਕ ਵੀ ਵਸਤੂ ਅਸੀਂ ਕੱਢਣ ਲਈ ਤਿਆਰ ਨਹੀਂ। ਤੇ ਮੰਨ ਲਓ 9 ਚੋਂ ਇੱਕ ਹੀ ਜਾਣੀ ਸੀ ਨਾ, 10ਵਾਂ ਹੀ ਜਾਣਾ ਸੀ ਨਾ, 9 ਕੋਲ ਰਹਿ ਗਈਆਂ, 10ਵਾਂ ਹਿੱਸਾ ਚਲਿਆ ਗਿਆ। ਦੇਣ ਵਾਲਾ 10 ਦੀਆਂ 10 ਵਸਤੂਆਂ ਉਹ ਸੀ, ਤੇ ਮੰਨ ਲਵੋ 10 ਹੀ ਖੋਹ ਲਵੇ ਤੇ ਫਿਰ ਉਹਦਾ ਕੀ ਵਿਗਾੜ ਲਓਗੇ। ਸਾਫ ਜਿਹੇ ਬੋਲ ਨੇ, 10 ਵਸਤੂ ਲੈ ਪਾਸ਼ੈ ਪਾਵੈ, 10 ਵਸਤੂ ਲੈ ਪਾਸ਼ੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ, 10 ਭੀ ਫਿਰ ਲੈ, ਤੋ ਮੂੜਾ ਕਹੋ ਕਹਾ ਕਰੇ। ਫਿਰ ਕੀ ਕਰੇਗਾ ਕਹਿੰਦੇ। ਸੋ ਦਸਵੰਧ ਕੱਢਣਾ ਜ਼ਰੂਰੀ ਹੈ। ਸਾਫ਼ ਕਿਹਾ ਪਾਤਸ਼ਾਹ ਨੇ, ਜੋ ਬਾਬੇ ਕੇ ਦਾਮ ਨਾ ਦੈ ਹੈ, ਤਿਨ ਕੋ ਗਹਿ ਬਾਬਰ ਕੇ ਲੈ ਹੈ। ਯਾਦ ਰੱਖਿਓ, ਭਾਈ ਮੱਖਣ ਸ਼ਾਹ ਲੁਬਾਣੇ ਦਾ ਜਹਾਜ਼ ਡੁੱਬਦਾ ਸੀ, ਦਸਵੰਧ ਵਾਲਾ ਤਰ ਜਾਂਦਾ ਹੈ, ਤੇ ਬਾਬਾ ਮੱਖਣ ਸ਼ਾਹ ਤਰਲਾ ਲੈਂਦਾ ਨਾਨਕ ਨਿਰੰਕਾਰੀ ਨੂੰ ਚੇਤੇ ਕਰਕੇ, ਆਖਣ ਲੱਗਾ 10ਵਾਂ ਹਿੱਸਾ ਲੋੜਵੰਦਾਂ ਲਈ ਹੈ, ਗੁਰੂ ਕੀ ਗੋਲਕ ਲਈ ਹੈ, ਤੇ ਕਿਰਪਾ ਕਰ, ਕਿਰਪਾ ਕਰ ਜਹਾਜ਼ ਬੰਨੇ ਲਾ ਦੇ। ਤੇ ਇਤਿਹਾਸ ਗਵਾਹ ਹੈ, ਗੁਰੂ ਤੇਗ ਬਹਾਦਰ ਸਾਹਿਬ ਨੇ ਮੋਢਾ ਲਾ ਕੇ ਜਹਾਜ਼ ਬੰਨੇ ਲਾਇਆ ਸੀ। ਦਸਵੰਧ ਕੱਢਣ ਵਾਲੇ ਨੂੰ ਡੁੱਬਣੋਂ ਬਚਾ ਲੈਂਦਾ ਹੈ। ਬਾਣੀ ਦਾ ਫਰਮਾਨ ਹੈ, ਕਿਤ ਮੁਖ ਗੁਰਸਾ ਲਾਹੀਐ, ਕਰਨ ਕਾਰਨ ਸਮਰੱਥ, ਗੁਰੂ ਜੋ ਚਾਹੇ ਕਰ ਸਕਦਾ ਹੈ, ਡੁੱਬਦਿਆਂ ਨੂੰ ਬੰਨੇ ਲਾ ਦਿੰਦਾ ਹੈ। ਖਜ਼ਾਨੇ ਭਰਪੂਰ ਰਹੇ ਬਾਬਾ ਮੱਖਣ ਸ਼ਾਹ ਲੁਬਾਣੇ ਦੇ, ਦਸਵੰਧ ਕੱਢਦਾ ਸੀ, ਔਰ ਲੋੜਵੰਦਾਂ ਦਾ ਹੀ ਕੰਮ ਆਉਣਾ ਹੈ। ਕਈ ਕਹਿ ਦਿੰਦੇ ਜੀ ਗੁਰੂ ਕੀ ਗੋਲਕ ਪ੍ਰਬੰਧਕ ਖਾ ਜਾਂਦੇ ਨੇ। ਯਾਦ ਰੱਖਿਓ,
ਤੂੰ ਆਪਣੀ ਕਿਰਤ ਚੋਂ ਦਸਵੰਧ ਕੱਢਿਆ ਹੈ, ਲੋੜਵੰਦਾਂ ਲਈ ਕੱਢਿਆ ਹੈ। ਜਿਹੜਾ ਗੋਲਕ ਦੀ ਦੁਰਵਰਤੋਂ ਕਰੇਗਾ ਉਹਨੂੰ ਬਾਬਾ ਨਾਨਕ ਸਾਂਭੇਗਾ। ਤੇਰਾ ਫਰਜ਼ ਆਪਣੀ ਕਮਾਈ ਚੋਂ ਦਸਵੰਧ ਕੱਢਣਾ ਹੈ। ਗਰੀਬ ਗੁਰਬੇ ਦਾ ਤਨ ਢੱਕਣਾ ਹੈ, ਭੋਜਨ ਨਾਲ ਆਂਦਰਾਂ ਢੱਕਣੀਆਂ ਨੇ। ਯਾਦ ਰੱਖਿਓ, ਕਰਨੀ ਦਾ ਹਿਸਾਬ ਗੁਰੂ ਨਾਨਕ ਨੇ ਕਰਨਾ ਹੈ, ਤੇ ਜਿਹਦੀ ਮੰਦੀ ਕਰਨੀ ਹੋਈ ਉਹਦੇ ਤੋਂ ਦੂਰ ਹੋਵੇਗਾ 84 ਦੇ ਗੇੜ ਵਿੱਚ। ਜਿਹਦੀ ਚੰਗੀ ਕਰਨੀ ਹੋਈ ਨਾਨਕ ਨਿਰੰਕਾਰੀ ਉਹਨੂੰ ਸੀਨੇ ਨਾਲ ਲਾ ਲਵੇਗਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਨੇੜੇ ਆ, ਕਰਤੂਤ ਵਿਗੜ ਗਈ ਦੂਰ। ਕਰਮ ਚੰਗਾ ਸੀ ਤੇ ਨੇੜੇ ਹੈ। ਦੀਨ ਦੁਨੀਆ ਦੇ ਮਾਲਕ ਕਹਿੰਦੇ ਦਸਵੰਧ ਕੱਢਿਆ ਕਰ। ਫਿਰ ਧਿਆਨ ਦਿਓ, ਖੂਹ ਚੋਂ ਜਲ ਵਰਤਦੇ ਰਹੋ ਤੇ ਮੁੱਕਦਾ ਨਹੀਂ ਹੈ, ਪ੍ਰਫੁੱਲਤ ਰਹਿੰਦਾ ਹੈ, ਖੁਸ਼ਬੂਈਆਂ ਆਉਂਦੀਆਂ ਨੇ, ਸਵੱਛ ਰਹਿੰਦਾ ਹੈ। ਪਾਣੀ ਕੱਢਣਾ ਛੱਡ ਦਿਓ ਤੇ ਪਾਸ ਮਾਰਨ ਲੱਗ ਜਾਂਦਾ ਹੈ। ਇਹ ਜਮਾਂ ਹੀ ਰਹਿ ਜਾਂਦੇ ਹੁੰਦੇ ਕਈ ਵਾਰ ਬੈਂਕ ਵਿੱਚ, ਤੇ ਬਾਪੂ ਮੰਜੇ ਤੇ ਪਿਆ ਰਹਿ ਜਾਂਦਾ ਹੁੰਦਾ ਹੈ। ਗੁਰੂ ਦਾ ਫਰਮਾਨ ਹੈ, ਦਸਵੰਧ ਕੱਢਿਆ ਕਰ, ਲੋੜਵੰਦ ਦੀ ਮਦਦ ਕਰਿਆ ਕਰ। ਤੀਸਰਾ ਉਪਦੇਸ਼ ਦੀਨ ਦੁਨੀਆ ਦੇ ਮਾਲਕ ਕਰਦੇ ਨੇ, ਕੰਠ ਕਰਨੀ ਗੁਰਬਾਣੀ। ਗੁਰਬਾਣੀ ਨੂੰ ਕੰਠ ਕਰਨਾ ਹੈ। ਵੇਖੋ, ਇੱਕ ਧਨਾੜ ਬੰਦਾ ਵਿਦੇਸ਼ ਚਲਿਆ ਜਾਵੇ, ਰਹਿਣ ਵਸੇਬੇ ਲਈ ਹੋਟਲ ਦੇ ਅੱਗੇ ਖਲੋਤਾ ਹੈ, ਰਿਸੈਪਸ਼ਨ ਤੇ ਚਲਿਆ ਜਾਂਦਾ ਹੈ, ਤੇ ਜਾ ਕੇ ਉੱਥੇ ਇਹ ਗੱਲ ਆਖੇ ਵੀ ਮੈਂ ਕਰੋੜਾਂ ਪਤੀ, ਮੈਂ ਅਰਬਾਂ ਪਤੀ, ਮੇਰੇ ਬੈਂਕ ਖਾਤੇ ਭਰੇ ਹੋਏ ਨੇ ਤੇ ਮੈਨੂੰ ਰਾਤ ਰਹਿਣ ਲਈ ਇੱਕ ਕਮਰਾ ਦੇ ਦਿਓ। ਤੇ ਉਹ ਜਿਹੜੇ ਨੌਕਰ ਚਾਕਰ ਨੇ ਹੋਟਲ ਚਲਾਉਣ ਵਾਲੇ, ਉਹ ਆਖਣਗੇ ਭਾਈ ਜੇ ਰਾਤ ਕੱਟਣੀ ਹੈ ਤੇ ਜੇਬ ਢਿੱਲੀ ਕਰ, ਦੱਸ ਤੇਰੇ ਕੋਲ ਕਿੰਨੇ ਪੈਸੇ ਨੇ। ਸਾਨੂੰ ਨਹੀਂ ਲੇਖਾ ਜੋਖਾ ਤੇਰੇ ਬੈਂਕ ਖਾਤਿਆਂ ਦਾ, ਨਾ ਕੋਈ ਲੈਣਾ ਦੇਣਾ। ਤੂੰ ਕਰੋੜਾਂ ਪਤੀ ਹੈ, ਤੂੰ ਲੱਖ ਪਤੀ ਹੈ ਕਿ ਕੱਖ ਪਤੀ ਹੈ, ਜੇਬ ਵਿੱਚ ਕੀ ਹੈ ਉਹ ਗੱਲ ਕਰ ਤੂੰ। ਮਾਇਆ ਉਹੀ ਕੰਮ ਆਉਂਦੀ ਹੈ ਜਿਹੜੀ ਕੋਲ ਹੈ। ਬੈਂਕਾਂ ਬੁੰਕਾਂ ਵਾਲੀ ਦਾ ਤੇ ਕਈ ਵਾਰ ਪਤਾ ਹੀ ਨਹੀਂ ਚੱਲਦਾ, ਉੱਥੇ ਹੀ ਰਹਿ ਜਾਂਦੀ ਹੈ। ਸਿਆਣਿਆਂ ਨੇ ਇੱਕ ਕਹਾਵਤ ਬਣਾਈ ਉੱਥੇ, ਕਹਿੰਦੇ ਮਾਇਆ ਉਹੀ ਆਪਣੀ ਹੈ ਜਿਹੜੀ ਕੋਲ ਹੈ, ਜਿਹੜੀ ਦੱਬੀ ਹੋਈ ਹੈ ਉਹਦਾ ਕੀ ਪਤਾ ਉਹਦਾ ਹੱਕਦਾਰ ਕੌਣ ਬਣੇਗਾ। ਇਸ ਗੱਲ ਦਾ ਖਿਆਲ ਰੱਖਿਓ, ਪੈਸੇ ਉਹੀ ਆਪਣੇ ਨੇ ਜਿਹੜੇ ਮੌਕੇ ਤੇ ਕੰਮ ਆ ਗਏ, ਜਿਹੜੇ ਜੇਬ ਵਿੱਚ ਨੇ। ਔਰ ਵਿਦਵਾਨ ਪੁਰਸ਼ਾਂ ਨੇ ਕਹਾਵਤ ਬਣਾ ਦਿੱਤੀ, ਸਿਆਣਿਆਂ ਨੇ, ਕਹਿੰਦੇ ਪੈਸਾ ਗੰਢ, ਪੈਸਾ ਗੰਢ ਤੇ ਬਾਣੀ ਕੰਠ। ਜਿਹੜਾ ਗੰਢ ਵਿੱਚ ਹੈ, ਜਿਹੜਾ ਕੋਲ ਹੈ, ਜਿਹੜਾ ਹੱਥ ਵਿੱਚ ਹੈ, ਉਹੀ ਪੈਸਾ ਸੰਭਲਾ ਹੈ। ਬਾਣੀ ਜਿਹੜੀ ਕੰਠ ਹੈ ਨਾ, ਉਹ ਹਰ ਵੇਲੇ ਸਿੱਖ ਦੇ ਕੰਮ ਆਉਣ ਵਾਲੀ ਹੈ। ਇਸ ਗੱਲ ਦਾ ਖਿਆਲ ਰੱਖਿਓ। ਠੀਕ ਹੈ, ਤੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪਾਠ ਕਰ ਸਕਦਾ ਹੈ, 18 10 20 ਪਾਠ ਕਰ ਲੈਣਾ, ਸ਼ੁੱਧ ਪਾਠ ਕਰ ਲੈਣਾ। ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਹਰ ਜਗ੍ਹਾ ਤੇ ਤੂੰ ਨਾਲ ਲਿਜਾ ਨਹੀਂ ਸਕਦਾ। ਮੰਨ ਲਓ ਕੋਈ ਬੰਦਾ ਜੌਬ ਤੇ ਹੈ, ਵੈਸੇ ਤੇ ਵੇਖੋ ਬਾਣੀ ਸਹਿਜ ਨਾਲ ਪੜ੍ਹਨੀ, ਕਿਰਤ ਕਰਨਾ ਇੱਕ ਵੱਖਰਾ ਵਿਸ਼ਾ ਹੈ, ਕਿਰਤ ਕਰਦਿਆਂ ਰੱਬ ਨੂੰ ਚੇਤੇ ਰੱਖਣਾ ਇਹ ਵੱਖਰਾ ਵਿਸ਼ਾ ਹੈ। ਪਰ ਸਾਡੇ ਲਈ ਨਿਤਨੇਮ ਜ਼ਰੂਰੀ ਹੈ। ਦਿਨ ਦੀ ਆਰੰਭਤਾ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਤੋਂ ਕਰਨੀ ਪਵੇਗੀ। ਅਗਲੇ ਬਚਨਾਂ ਵਿੱਚ ਗੁਰੂ ਗੋਬਿੰਦ ਸਿੰਘ ਇਹ ਵੀ ਹੁਕਮ ਕਰਨਗੇ, ਅੰਮ੍ਰਿਤ ਵੇਲਾ ਜ਼ਰੂਰੀ ਹੈ, ਅੱਗੇ ਬਚਨ ਆਵੇਗਾ। ਮੰਨ ਲਓ ਦੇਵਨੇਤ ਕੋਈ ਐਸੀ ਹੋ ਜਾਵੇ ਵੀ ਬੰਦਾ ਸਬਰ ਵਿੱਚ ਸੀ, ਨਿਤਨੇਮ ਦਾ ਟਾਈਮ ਹੋ ਗਿਆ, ਇਸ਼ਨਾਨ ਕਰਨ ਨੂੰ ਪਾਣੀ ਨਹੀਂ ਹੈ, ਤੇ ਗੰਦੇ ਮੰਦੇ ਹੱਥਾਂ ਨਾਲ ਹੁਣ ਨਾ ਤੇ ਗੁੜਕਾ ਸਾਹਿਬ ਹੀ ਫੜ ਸਕਦਾ ਹੈ, ਔਰ ਰੱਬ ਕਰੇ ਸਬਰ ਦੇ ਵਿੱਚ ਤੁਹਾਡੇ ਕੋਲ ਗੁੜਕਾ ਸਾਹਿਬ ਵੀ ਨਹੀਂ ਹੈ, ਤੇ ਤੁਹਾਡਾ ਜੀਵਨ ਕਾਲ ਦਾ ਨੇਮ ਅੱਜ ਟੁੱਟ ਜਾਵੇਗਾ। ਤੇ ਜੇ ਬਾਣੀ ਹੋਈ ਕੰਠ, ਜਪਜੀ ਜਾਪ ਸਵਈਏ ਚੌਪੀ ਆਨੰਦ ਹੋਇਆ ਕੰਠ, ਤੇ ਤੁਹਾਡਾ ਨੇਮ ਨਹੀਂ ਟੁੱਟੇਗਾ। ਤਨ ਭਾਵੇਂ ਸਵੱਛ ਨਹੀਂ ਸੀ, ਮਨ ਤੁਹਾਡਾ ਸਵੱਛ ਹੀ ਰਹੇਗਾ, ਕਿਉਂਕਿ ਬਾਣੀ ਪੜ੍ਹ ਲਈ ਹੈ ਤੁਸੀਂ। ਬਾਣੀ ਦੀ ਸ਼ੋਭਾ ਬੜੀ ਹੈ, ਤੇ ਜਿਹੜੀ ਸਵਾਸਾਂ ਦੇ ਧਾਗੇ ਵਿੱਚ ਪਰੋਈ ਗਈ ਤੁਹਾਨੂੰ ਜਿਹੜੀ ਕੰਠ ਹੈ, ਉਹ ਹਰ ਸਮੇਂ ਤੁਹਾਡਾ ਮਾਰਗ ਦਰਸ਼ਨ ਕਰੇਗੀ, ਹਰ ਸਮੇਂ ਤੁਹਾਡੇ ਕਾਰੇ ਆਵੇਗੀ, ਤੁਹਾਡਾ ਜੀਵਨ ਸੌਰ ਜਾਵੇਗਾ। ਯਾਦ ਰੱਖਿਓ,
दीन दुनिया दे मालक गुरु गोबिंद सिंह कहंदे कंठ करनी है गुरबाणी। कोई ड्यूटी ते है, कोई जॉब ते है, कोई सबर विच है। कंठ बाणी जिसनू याद है, गलूए मुबारक विच श्वासां विच जिस दे बाणी समाई है, जो कंठ दा हार है बाणी, वो हर समय तुहाडे कारे आ सकदी है, कम आ सकदी है। नाले साफ किया कहते हीरे जवाहरातां दे हार पाया ते रब गले नहीं मिलदा, पर जे सवासां दी माला विच प्रभु दा नाम होवे, कंठ विच बाणी दा हार होवे ते जरूर गल नाल लग जांदा है। अन दिन नानक नाम ते आए, ध्यान दिओ। दिन रात जेड़े सवासां अंदर परमात्मा दी कीर्ति दे मणके परोई बैठे ने, बाणी परोई बैठे ने। अन दिन नानक नाम ते आए, जी प्राण का दाता। दिन रात जिन्ना नाम ते आया, जिन्ना बाणी कंठ कर लई, अपने दास कहो कंठ लाए राखै, ज्यों बारक पित माता। उन्होंने गले ला लिया, जिन्हों ने बाणी नूं गले लाया, गुरु नानक निरंकारी अकाल पुरख ने उन्होंने गले ला लिया। जिन्हें बाणी नूं श्वासां दे धागे विच परो लिया, कंठ विच वसा लिया, दिन रात जपिया, उन्होंने गुरु नानक सीने नाल ला लैंदा है। कहंदे जिन्हां दी कंठी माला है ना, बाणी दी माला है, जिन्हां दे गले ते गुरु नानक निरंकारी दे बचनां दी जंजीर है, उन्हां नूं जमां दी जंजीर पो नहीं सकदी, उन्होंने दुखों की जंजीर जकड़ नहीं सकती। कंठ रमणीय राम राम माला, हस्त ऊच प्रेम धरणी। जिन्हां दे कंठ विच नाम दी माला है, जिही भण जो उत्तम श्लोक, उदरणंग नैन नंदनी। बाणी दे फरमान है, तेरा उधार हो जाएगा। बाणी दी माला बना लै, श्वासां दे धागे विच बाणी परो लै, तेरा उधार हो जाएगा, जन्म मरण कटिया जाएगा, तेरे हर समय कारे आ जाएगी बाणी जिहड़ी कंठ है। इस करके वध तो वध बाणी कंठ करनी है, याद रखनी है और हर समय पढ़दियां रहना है, ये जतन चाहिदा है। चौथा हुक्म गुरु गोबिंद सिंह पातशाह दा है, जागना अमृत वेले, नहं सपुतंग सिख सोत सवेरे। कहते नह सपुत है, सिख सोत सवेरे। इत्थे अमृत वेले का उपदेश है। बाणी कंठ करनी है, पढ़नी कदों है, हुण ध्यान दो। इंसान दी दुनिया दे उत्ते फितरत ऐसी है, ये दलिद्र विच जकड़िया रहिंदा है, उदम तो दूर दौड़दा है। गुरु पातशाह कहंदे उदम कर, उदम करके ही जाग सकते हैं, नहीं तो रजाई नहीं खैड़ा छड्डदी, दलिद्र नहीं खैड़ा छड्डदा। मन मारना पैंदा, उदम करना पैंदा अमृत वेले उठण दे लई। वाहिगुरू जी की कृपा नाल 84 दे गेड़ तो बाद भई प्राप्त मानुख दे हुरिया, अपार कृपा हुई, मनुखा जामा मिलिया। और इस मनुखे जामे अंदर साडा सर्वोत्तम लक्ष्य है मोक्ष मुक्ति। 84 दा गेड़ सदा लई कटिया जावे, गोबिंद मिलन की यह तेरी वरिया। नानक निरंकारी अकाल पुरख दे चरणां विच जगह मिल जावे, 84 दा गेड़ मुक जावे। महाराज कहते ने जे मोक्ष प्राप्त करना चाहना है तो अमृत वेले तो ही, प्रभात तो ही उहदा नाम जपना शुरू कर दे, उहदे तरले लिया कर, उहनूं याद करिया कर, फिर तैनूं वो अपने चरनां विच वासा दे देवेगा। जिहदे नाल प्रेम होवे ना, वो आण के मिल ही पैंदा है, वो हिरदे विच जगह दे ही दिंदा है। तो जदों प्रेम ही नहीं, जदों गाउंदे ही नहीं, जदों याद ही नहीं करते, तो सानू वो जगह कित्थे देवेगा दसो। महाराज कहंदे अमृत वेले उठ। गुरु ग्रंथ साहिब दे पाक बोल ने, नाओ प्रभातै शब्द ध्याइयै। ये ठीक है, अमृत वेला सच नाओ। जदों भी तुसीं गुरबाणी पढ़ोगे, हर वो वेला अमृत हो जाएगा।
पर कई बार इस पंक्ति के अर्थ करदियां मनमतिया बंदा इधर नूं चल पैंदा भी भावें कोई भी वेला है बाणी पढ़ो जदों अमृत हो जाना तो फिर 3-4 बजे अलार्म ला के उठण की की लोड़ है। ध्यान दई, ये ठीक है, हर वो वेला अमृत है जदों बाणी पढ़ेगा। अमृत वेला सच ना वडियाई विचार, पर प्रभात का खास जिक्र है। नाओ प्रभाता है, प्रभात तड़के नूं कहा, नाओ प्रभात शब्द ध्याइया छोडो दुनी प्रीता। औखा है दुनिया की प्रीति छड्ड के प्रभात वेले उठना, अमृत वेले उठना, पर कहते करना पवेगा। प्रणवत नानक दासन दासा जग हारिया तिन जीता। जेड़ा दुनिया की प्रीति छड्ड के अमृत वेले नानक निरंकारी की प्रीति करेगा, जग हारिया तिन जीता। दुनिया हार गई, मनुखा जामा व्यर्थ गया, ते ओ गुरमुख जित गया जामे नूं जिन्हें अमृत वेला सांभ लिया। एडी महिमा है, ये सिक्खी का नेम है, साफ लिखिया है सिक्खी का नेम गुरु ग्रंथ साहिब दे विच। उठ इशनान करहो प्रभाते सोए हर आराधे। अमृत वेले उठ, प्रभाते उठ, इशनान कर, ते फिर गुरु नानक निरंकारी नूं चेते कर। नानक निरंकारी दे गुण गा। राइज इन द अर्ली आवर्स इन द मॉर्निंग, तड़के जे उठ, प्रभाते उठ, अमृत वेले उठ, गुरु नानक निरंकारी नूं चेते कर। कहंदे जीवन विच भावें तेरे किन्ने भी विघन होए, बिखड़े दाओ लंघाए मेरा सतगुर। अमृत वेले उठण वालियां दा जीवन कैसा है, किवें जीवन उन्हां दा गुजरदा है। कहंदे बिखड़े दाओ लंघावै मेरा सतगुर, सुख सहज सेती कर जाते। उन्हां दे जीवन चों विघन कटे गए, दुख कटे गए, बिखड़े पैड़े सुखाले कर दिते जिन्हां ने प्रभाते उठ के इशनान करके अमृत वेला सांभिया, बाणी पढ़ी है। ठीक है, हर वेले नूं ही अमृत बना, पर शुरू प्रभात तो कर, शुरू तड़के तो कर। अमृत वेले उठण वालियां दे बिखड़े पैंडे भी सुखाले कर दिंदे ने गुरु पातशाह। फरीद जी ने तो सीधा कह दिता, साधा नूं किसी का डर नहीं हुंदा, हजे अपने वर्गे अर्थ करन लगे झक जांदे ने, बाणी ते सीधी चोट करदी है। बाबा फरीद ते सीधा ही चल पए। वो महापुरुष कहंदे भी जेड़ा अमृत वेले उठिया नहीं वो ते जींदा ही मोया होया है। उन्होंने मुर्दा कहा, फरीदा पिछल रात ना जागे ओहे, जी वंदड़ो मोयो है। कहते जेड़े जागे नहीं, जिन्हें अमृत वेला सांभिया ही नहीं, वो जिउंदे ही मोए हुए ने, उन्हां दा जीवन व्यर्थ है। जे तै रब विसारे आ ता रब ना विसरियो। याद रखियो गुरु ग्रंथ साहिब विच सिख दी डेफिनेशन भी कुछ ऐसी है। जदों तुसीं रोज़ पढ़दे हो ना, गुर सतगुर काजो सिख खाए सो भलके, उठ हर नाम ते आवे, उदम करे भलके प्रभाती, स्नान करे अमृत शरण आवे, फिर चढ़ा दिवस गुरबाणी गावे, बहदियां उठदियां हर नाम ते आवे। सिख दी डेफिनेशन है तड़के उठना पवेगा, प्रभाते नाम ते आउणा पवेगा, हर श्वास नाल जपना पवेगा, ते उहदे तो बाद उठदियां बहदियां हर नाम ते आवे। ये सिख दी डेफिनेशन है। ये 52 हुक्म ही जदों ध्यान नाल पढ़ोगे समझ आवेगी भी इन्हां दी जड़ गुरु ग्रंथ साहिब विच है। हर हुक्म दे परथाए बोल तुहानूं गुरु ग्रंथ साहिब दी बाणी विच मिल पैणगे। जिहड़ा 5वां बचन है, दीन दुनिया दे मालक गुरु गोबिंद सिंह कहंदे ने, सेवा रुच नाल सिख सेवक दी करनी। देखो मानवता दी सेवा सफली है, मनुखता दी सेवा सफली है, लोड़वंद दी सेवा सफली है, ते सिख सेवक दी कीती हुई सेवा दा आम नालों भी वधेरे फल है। ध्यान रखियो इस गल दा। सिख कौन है? सो सिख सखा बंदप है भाई, जे गुर के पाने विच आवे। सेवक कौन है? ठाकुर का सेवक आग्याकारी। महाराज कहते सेवा रुच नाल सिख सेवक दी करनी। साधुआं सतपुरुषां दी जेड़े सेवा नहीं ना करते, सिख सेवकां दी, गुरु दे हुक्म विच चलण वालियां दी जेड़े सेवा नहीं करते, कबीर जी ने बड़ा कठोर बचन कहा है। कबीर
ਜਾਂ ਘਰ ਸਾਧਨਾ ਸੇਵੀਐ ਹਰ ਕੀ ਸੇਵਾ, ਨਾਹੇ ਤੇ ਕਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ। ਕਹਿੰਦੇ ਜਿੱਥੇ ਸਾਧੂ ਸਤਪੁਰਸ਼ ਦੀ ਲੋੜਵੰਦ ਦੀ ਗਰੀਬ ਗੁਰਬੇ ਦੀ ਤੂੰ ਸੇਵਾ ਨਹੀਂ ਨਾ ਕਰਦਾ, ਉਹ ਘਰ ਨਹੀਂ ਹੈ ਜਿੱਥੇ ਸਤਪੁਰਸ਼ ਦੀ ਸੇਵਾ ਨਹੀਂ ਹੈ। ਉਹ ਤੇ ਕਹਿੰਦੇ ਕਬਰਸਤਾਨ ਹੈ, ਉਹਦੇ ਭੂਤ ਖਾਨਾ ਹੈ। ਉਹ ਬੰਦਾ ਥੋੜਾ ਹੈ ਜਿਹੜਾ ਸਤਪੁਰਸ਼ ਦੀ ਸੇਵਾ ਨਾ ਕਰੇ, ਉਹਦੇ ਕਹਿੰਦੇ ਭੂਤ ਹੈ। ਇਹ ਕਬੀਰ ਜੀ ਦੇ ਬੋਲ ਨੇ। ਔਰ ਨਾਲ ਧਿਆਨ ਦਿਓ, ਕਹਿੰਦੇ ਰੁਚੀ ਨਾਲ ਸੇਵਾ ਕਰਨੀ ਹੈ, ਪ੍ਰੀਤੀ ਨਾਲ ਸੇਵਾ ਕਰਨੀ ਹੈ। ਮੱਧਾ ਚੱਟੀ ਦੀ ਸੇਵਾ ਨਹੀਂ ਕਰਨੀ, ਵਿਖਾਵੇ ਲਈ ਸੇਵਾ ਨਹੀਂ ਕਰਨੀ, ਗਲੋਂ ਲਾਉਣ ਲਈ ਸੇਵਾ ਨਹੀਂ ਕਰਨੀ। ਪ੍ਰੀਤੀ ਨਾਲ, ਪ੍ਰੇਮ ਨਾਲ, ਭਾਵਨਾ ਦੇ ਨਾਲ ਸੇਵਾ ਕਰਨੀ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਸਾਹਿਬ ਕਹਿੰਦੇ ਐ, ਜਦੋਂ ਕੋਈ ਸਿੱਖ ਸੇਵਕ ਹੋਵੇ ਤੇ ਉਹਨੂੰ ਗੁਰੂ ਦਾ ਹੀ ਰੂਪ ਸਮਝ ਕੇ ਉਸ ਦੀ ਸੇਵਾ ਕਰਨੀ ਹੈ। ਸਾਫ਼ ਕਿਹਾ, ਕਹਿੰਦੇ ਸਿੰਘ ਸੋ ਰਹਿਤ ਪੰਚ ਜਿਹੇ ਮਿਲੇ ਮਮ ਸਰੂਪ ਤਹ ਜਾਨੋ ਭਲੇ। ਜਿੱਥੇ ਪੰਜ ਸਿੰਘ ਮਿਲਣ ਸੇਵਾ ਕਰੋ, ਮੇਰਾ ਹੀ ਸਰੂਪ ਸਮਝ ਕੇ ਸੇਵਾ ਕਰੋ ਉਹਨਾਂ ਦੀ। ਜਿੱਥੇ ਗੁਰੂ ਕਾ ਸਿੱਖ ਮਿਲੇ ਉਹਦੀ ਸੇਵਾ ਕਰੋ। ਮਾਨਵਤਾ ਦੀ ਸੇਵਾ ਦੀ ਮਹਿਮਾ ਹੈ, ਗੁਰੂ ਕੇ ਸਿੱਖ ਦੀ ਸੇਵਾ ਦਾ ਮਹੱਤਮ ਹੋਰ ਵੱਧ ਜਾਂਦਾ ਹੈ। ਸਭਨਾਂ ਦੀ, ਲੋੜਵੰਦਾਂ ਦੀ, ਦੀਨ ਦੁਖੀਆਂ ਦੀ ਸੇਵਾ ਕਰੋ, ਸਿੱਖ ਸੇਵਕਾਂ ਦੀ ਸੇਵਾ ਕਰੋ, ਜੀਵਨ ਸਫਲਾ ਹੋ ਜਾਵੇਗਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੋ ਸਿੱਖ ਸੇਵਕ ਨੂੰ ਅਰਪਣ ਕਰੋਗੇ ਉਹ ਸਾਡੇ ਤੱਕ ਹੀ ਪਹੁੰਚ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ, ਵੈਸੇ ਵੀ ਬਾਣੀ ਦਾ ਫਰਮਾਨ ਹੈ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਪ੍ਰਭੂ ਮਿਲਦਾ ਹੀ ਉਹਨਾਂ ਨੂੰ ਹੈ ਜਿਹੜੇ ਸੇਵਾ ਕਰਦੇ ਨੇ, ਰੁਚੀ ਨਾਲ ਸੇਵਾ ਕਰਦੇ ਨੇ। ਗੁਰੂ ਨੂੰ ਸੇਵਕਾਂ ਦੀ ਕੀਤੀ ਸੇਵਾ ਬੜੀ ਭਾਉਂਦੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੈ। ਉਹਨਾਂ ਨੂੰ ਇਹ ਸੇਵਾ ਕਰਨੀ ਭਾਉਂਦੀ ਹੈ। ਖੈਰ, ਅੱਗੇ ਦੀਨ ਦੁਨੀਆ ਦੇ ਮਾਲਕ ਛੇਵਾਂ ਉਪਦੇਸ਼ ਕਰਦੇ ਨੇ, ਅਰਥ ਗੁਰਬਾਣੀ ਦੇ ਪੜ੍ਹਨੇ ਗੁਰੂ ਘਰ ਦੇ ਵਿਦਵਾਨ ਸਿੱਖਾਂ ਪਾਸੋਂ। ਗੁਰਬਾਣੀ ਦੇ ਅਰਥ ਪੜ੍ਹਨੇ ਨੇ। ਇਸ ਗੱਲ ਦਾ ਖਿਆਲ ਰੱਖਿਓ, ਗੁਰੂ ਘਰ ਆ ਕੇ ਗੁਰਬਾਣੀ ਪਹਿਲਾਂ ਪ੍ਰੀਤੀ ਨਾਲ ਸੁਣਨੀ ਹੈ। ਬਾਣੀ ਗੁਰੂ ਘਰ ਆ ਕੇ ਪ੍ਰੇਮ ਨਾਲ ਸੁਣਨੀ ਹੈ। ਜੋ ਸੁਣੋਗੇ ਉਹੀ ਪੜ੍ਹੋਗੇ ਨਾ, ਫਿਰ ਪੜ੍ਹਨੀ ਹੈ। ਗੁਰਮੁਖਾਂ ਪਿਆਰਿਆਂ ਪਾਸੋਂ ਸੰਥਿਆ ਲੈ ਕੇ ਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ ਹੈ ਤੇ ਬਾਣੀ ਪੜ੍ਹਨੀ ਹੈ। ਕਿਸੇ ਆਮ ਇਨਸਾਨ ਦਾ ਵੀ ਪੁੱਠਾ ਨਾ ਲਓ ਤੇ ਉਹਨੂੰ ਚੰਗਾ ਨਹੀਂ ਲੱਗਦਾ। ਹੁਣ ਤੁਸੀਂ ਕਿਸੇ ਦਾ ਵੀ ਨਾਮ ਪੁੱਠਾ ਲੈ ਲਓ, ਉਹਨੂੰ ਭਾਉਂਦਾ ਨਹੀਂ ਹੈ। ਇਹ ਗੁਰੂ ਕੇ ਅੰਗ ਨੇ, ਗੁਰੂ ਕੇ ਬੋਲ ਨੇ। ਜਦੋਂ ਲਗਾ ਮਾਤਰਾ ਗਲਤ ਕਰਦੇ ਹੋ ਤਾਂ ਕੀ ਗੁਰੂ ਨੂੰ ਭਾਉਂਦਾ ਹੋਵੇਗਾ? ਤੇ ਜੇ ਤੁਹਾਡਾ ਕੋਈ ਪੁੱਠਾ ਨਾ ਲਵੇ, ਤੁਹਾਨੂੰ ਚੰਗਾ ਲੱਗਦਾ ਹੈ ਤੇ ਫਿਰ ਤੇ ਮੰਨ ਲਵੋ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ, ਗੁਰਬਾਣੀ ਸ਼ੁੱਧ ਪੜ੍ਹਨੀ ਹੈ, ਅਰਥਾਂ ਸਹਿਤ ਪੜ੍ਹਨੀ ਹੈ। ਧਿਆਨ ਦਿਓ, ਗੁਰੂ ਘਰ ਆ ਕੇ ਬਾਣੀ ਸੁਣੀ। ਗੁਰਮੁਖ ਪਿਆਰੇ, ਗੁਰੂ ਕੇ ਵਜ਼ੀਰਾਂ, ਗ੍ਰੰਥੀ ਸਿੰਘਾਂ ਪਾਸੋਂ, ਗਿਆਨੀਆਂ ਪਾਸੋਂ ਗੁਰਬਾਣੀ ਦੇ ਅਰਥ ਪੜ੍ਹਨੇ ਨੇ, ਸੰਥਿਆ ਲੈਣੀ ਹੈ, ਸ਼ੁੱਧਤਾ ਨਾਲ ਪੜ੍ਹਨਾ ਸਿੱਖਣਾ ਹੈ। ਤੇ ਜਿਹੜਾ ਬਾਣੀ ਨੂੰ ਸੁਣ ਕੇ ਪੜ੍ਹਦਾ ਹੈ, ਗੁਰਮੁਖਾਂ ਪਿਆਰਿਆਂ ਦੇ ਪਾਸੋਂ ਅਰਥ ਬੋਧ ਹਾਸਲ ਕਰਦਾ ਹੈ, ਗੁਰਬਾਣੀ ਦੇ ਅਰਥ ਸਮਝ ਕੇ ਜੀਵਨ ਗੁਰਬਾਣੀ ਅਨੁਸਾਰ ਢਾਲ ਲੈਂਦਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਾਰ। ਜਿਹੜਾ ਬਾਣੀ ਨੂੰ ਸੁਣੇਗਾ, ਬਾਣੀ ਦੇ ਅਰਥ ਸਮਝੇਗਾ, ਅਰਥਾਂ ਅਨੁਸਾਰ ਜੀਵਨ ਨੂੰ ਢਾਲੇਗਾ, ਸੋ ਉਤਰੈ ਪਾਰ। ਉਹ 84 ਦੇ ਗੇੜ ਤੋਂ ਪਾਰ ਹੋ ਜਾਵੇਗਾ। ਹੀ ਇਜ਼ ਕੈਰੀਡ ਅਕ੍ਰੋਸ ਦਿਸ ਵਰਲਡ। ਦੁਨੀਆ ਤੋਂ ਪਾਰ ਹੋ ਜਾਵੇਗਾ, ਉਹਦਾ ਪਾਰ ਉਤਾਰਾ ਹੋ ਜਾਵੇਗਾ। ਸੋ ਧਿਆਨ ਦਿਓ, ਕਹਿੰਦੇ ਜਨਮ ਨਾ ਮਰੈ ਨਾ ਆਵੈ ਨਾ ਜਾਏ। ਜਨਮ ਨਾ ਮਰੈ ਨਾ ਆਵੈ ਨਾ ਜਾਏ, ਹਰ ਛੇਤੀ ਉਹ ਰਹਿ ਸਮਾਏ। ਕੌਣ ਜੀ? ਜਨ ਨਾਨਕ ਬੋਲੇ ਬ੍ਰਹਮ ਵਿਚਾਰ, ਜੋ ਸੁਣੈ ਕਮਾਵੈ ਸੋ ਉਤਰੈ ਪਰ। ਜਿਹੜਾ ਬਾਣੀ ਨੂੰ ਸੁਣਦਾ ਹੈ, ਸ਼ੁੱਧਤਾ ਨਾਲ ਪੜ੍ਹਦਾ ਹੈ, ਉਹਦੇ ਅਨੁਸਾਰ ਜੀਵਨ ਨੂੰ ਢਾਲਦਾ ਹੈ, ਉਹਦਾ 84 ਦਾ ਗੇੜ ਮੁੱਕ ਜਾਂਦਾ ਹੈ। ਹੀ ਰਿਮੇਨਸ ਬਲੈਂਡਡ ਵਿਦ ਦਾ ਲਾਰਡ। ਉਹ ਪਰਮਾਤਮਾ ਵਿੱਚ ਅਭੇਦਤਾ ਹਾਸਲ ਕਰ ਲੈਂਦਾ ਹੈ।
और विशेष करके हदायत की भी गुरबाणी दे अर्थ गुरु घर दे विद्वान शरधावान सिखां पासों पढ़ने ने। मनमतीए बंदे कोलों अर्थ पढ़ोगे जिहड़ा गुरु नानक निरंकारी नूं दसो पातशाहियां नूं अकाल पुरख दा स्वरूप नहीं समझदा, वो गुरु ग्रंथ साहिब दी बाणी दे अर्थ एक दुनियावी किताब दे अर्थां वांगू ही करन लग पवेगा। ये ब्रह्म दे बोल ने, खुदा दे बोल ने, अगम्मी बोल ने। महाराज कहंदे ने अनहद बाणी गुरमुख जानी बिरलो को अर्थावै। ये गुरमुखां नूं ही असल बाणी दे अर्थां दा बोध है। किवें हासल होया? गुरु वल मुख करके, गुरु की किरपा दे सदका। ते जेड़े गुरमुख जन ने बिरलो को अर्थावे, वो विरले हुंदे ने जेड़े असल इहदे अर्थ गुरु की बख्शी सोझी अनुसार करते ने। सो गुरमुख, गुरमतिया, गुरसिख गुरु दे हुक्म अनुसार जीवन बतीत करन वाले सतपुरुष कोलों ही गुरबाणी दे अर्थ सिखने ने। मनमतिया अर्थां दा अनर्थ करेगा, आप डुबिया है तुहानूं भी डोब देवेगा। भावना वाले कोलों अर्थ पढ़ने ने। अगे महाराज कहंदे ने, गुरु पातशाह ने अगे बोल कहे ने, रहत पंजां ककारां दी दृढ़ रखनी है। ये 7वां हुक्म है। ਇਹਦਾ 6ਵੇਂ बचन ਦੇ ਨਾਲ ਕੋਈ ਖਾਸ ਸੰਬੰਧ ਹੈ ਇਸ ਬੋਲ ਦਾ। ਹੁਣ ਤੁਸੀਂ ਧਿਆਨ ਦਿਓ। ਮਹਾਰਾਜ ਨੇ ਕਿਹਾ ਬਾਣੀ ਅਰਥਾਂ ਅਨੁਸਾਰ ਪੜ੍ਹਨੀ ਹੈ। ਜੀਵਨ ਬਾਣੀ ਦੇ ਅਰਥਾਂ ਅਨੁਸਾਰ, ਵਿਚਾਰਧਾਰਾ ਅਨੁਸਾਰ ਢਾਲਣਾ ਹੈ, ਫਿਰ ਸਫਲਾ ਹੈ। ਯਾਦ ਰੱਖਿਓ, ਜਿਹੜੇ पेड़ की जड़ धरती विच होवे ना, पहला बीज धरती विच हुंदा है, फिर ही प्रफुल्लित हुंदा है। अंदर बाणी है तो बाहर बाणा ते ककार प्रफुल्लित हो जाणगे। अंदर बाणी नहीं तो बाणा भी नहीं पाउंदा। ते जे बिना बाणी तो बाणा है तो जेड़े पेड़ की जड़ ना होवे, आ नकली तुसीं पेड़ वेखे ना जेड़े रात नूं सड़कां ते सजाए हुंदे फुल बूटे जे ला के नकली, जेड़े पेड़ की जड़ ही नहीं है, नकली है, उत्ते ही एडजस्ट कर देंदे ने धरती ते फुल झड़ियां जियां ला देंदे ने। जेड़े पेड़ की जड़ नहीं, ना वो फल ही दे सकदा, ना फुल ही दे सकदा, ना खुशबू दे सकदा है। जे बाणी नहीं तो बाणा शोभनीक नहीं है, तो जे बाणा है बाणी नहीं, ये शोभा नहीं पावेगा। तो जे बाणी है बाणा नहीं तो गल फिर भी नहीं बननी। जे बीज हुंदा ते रुख जरूर पैदा हुंदा। जे तेरे कोल बाणा नहीं, मतलब साफ है, तेरे कोल बाणी भी है नहीं है। जे 5 ककार नहीं, तेरे कोल बाणी भी है नहीं है। दावे तू करी जाना मेरा मन साफ है। दीन दुनिया दे मालक कहंदे 5 ककारां दी रहत दृढ़ करनी है। सानू 5 ककारां दी रहत दृढ़ कराई और कह दिता, रहत प्यारी मुझको सिख प्यारा, ना ही रहत बड़ी जरूरी है। जो रहत नहीं ना रखदा वो गुरु नूं प्यारा नहीं है। तुसी रोज पढ़दे हो, रहत अवर कश अवर कमावत, मन नहीं प्रीत मुखो गंढ लावत। कहंदे देख तेरा सुभाव कुछ ऐसा है, धर्म दे बाहरले चिन्ह तू बाणा ते पा लिया, धर्म दे बाहरले चिन्ह ते तू धारण कर ले, पर तेरी अमली जिंदगी धर्म दे अनुसार नहीं सी। बाहर ते रुख है पर जड़ कोई नहीं है, इहदा मतलब बनौटी रुख ही होवेगा। महाराज आखन लगे, मन नहीं प्रीत मुखो गंढ। मन अंदर प्रीति नहीं है, अंदर बाणी नहीं है, केवल उतों उतों गल्लां करदा है, ड्रामे करदा है, धार्मिक होण दे बाणा ही पाया है। कहंदे लोग ठगे जा सकदे ने बाणे नाल। तुसीं वेखियो कागज दा फुੱਲ होवे ते असल खुशबोईदार कोई गुलाब दा फुੱਲ होवे ते दूरों तकोगे असीं ठगी खा जाने हैं। कई बार सानू बनौटी दी चमक वेख के इउं लगदा ये असली है ते दूजा नकली है। दूरी ते पिया होवे ते असीं चम वेने हैं, असीं अंदर नहीं वेंदे, साडी झात अंदर ताईं नहीं है। गुरु साहब कहंदे जे निरे ककार ने तेरे कोल बाणी है नहीं, बाणा है बाणी है नहीं, जड़ है नहीं,
दीन दुनिया दे मालक कहंदे जान हार जानन हार प्रभु प्रवीण बाहर पेख ना कत हूँ भीन। वो अंदर दी जानदा है, वो चम नहीं, वो मन वेंदा है। बाहरले भेख ते कदे भी वो रीझदा नहीं है। ही इज नॉट डिस्प्रेस्ड बाय द आउटवर्ड डिस्प्ले, कदे भी इंप्रैस नहीं होवेगा, कदे भी प्रभावित नहीं होवेगा। ही इज नॉट इंप्रैस्ड बाय द आउटवर्ड डिस्प्ले। ये बारी विखाविਆਂ नाल लोग ठगे जाते ने, नानक निरंकारी नहीं ठगिया जाता। भी तू बाणा पाया है, लोग समझण बड़ा नितनेमी होवेगा ते बाबा 9 बजे तक सुता ना उठदा होवे। लोग ठगे जा सकते ने, गुरु नानक नहीं। महाराज कहंदे पंजां ककारां दी रहत रखनी है। मन लवो कंगा डिग पवे, कड़ा डिग पवे, अरदास करके जपजी साहिब करके भुल बख्शा लैनी है। मन लवो इशनान करदियां कशहरे दा पहुंचा लै जावे, जाने अणजाने विच गुनाह हो जावे। ग्रंथी सिंह नूं बेनती करो, अरदास करवाओ, जपजी दा पाठ करवाओ ते भुल बख्शा लवो, बज्जर कुरैत हो जावे। बज्जर कुरैतां बाबत तुसीं जाणदे हो, समा नहीं विस्तार करां, कदे रहतनामे पढ़ लिओ, याद रखियो। बज्जर कुरैत हो जावे। पंजां प्यारियां दे पेश होके हथ जोड़ के सिनेमर होके बेनती करनी है और तरला लेना है। ऐ गुरु गोबिंद सिंह दे प्यारे सिखो, टूटी गांडन हार गोपाल बज्जर कुरैत हो गई है। गुरु टुटियां गंढन वाला है, मेरे लिए अरदास करो। गुरु नानक गुरु गोबिंद सिंह अगे बज्जर कुरैत होई है, केस कतल करवा लैने, होर कोई कुकर्म हो जाना। अरदास करो मेरे बाबत, मैनू पातशाह बख्श देण। सेवा करके भुल बख्शाउणी, टुटी अपनी गंढा लैनी। जो भी सेवा सजा पंज प्यारे लाउण ओ करके बख्शा लैनी। महाराज दा सुभाਅ है, वो बख्श दिंदे हन। गुरु दे हुक्म विच चलना, गुर कहया साकार कमावो, गुर की करनी का है तावो। गुरु दा हुक्म है, पंज ककार सदा पास रखने ने, पंजां ककारां दी रहत दृढ़ रखनी है। ये 7वां हुक्म है दीन दुनिया दे मालक दा। और जदों गुरु दा हुक्म हो जावे फिर इहदे विच किंतु परंतु की भी। किरपान क्यों पहननी है, कंगा क्यों, कशहरा क्यों, किरपान कच कड़ा, किरपान कंगा केश, ये 5 ककार ने। इन्हां दी रहत नूं दृढ़ रखना है। इत्थे ही दास विचार नूं संकोचदा है जी। भुल चुक दी खिमा, विचार करदियां बेअंत त्रुटियां रह जांदियां ने। गज वज के फतेह बुलाओ, गुरु पातशाह बख्श देण। वाहिगुरू जी का खालसा, वाहिगुरू जी की फतेह।